ਨਾਮ ਸਿਮਰ ਚਿੰਤਾ ਸਭ ਜਾਏ। ਨਾਮ ਸਿਮਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਿਲਾ ਪੰਜਵਾਂ। ਭਲਕੇ ਉਠ ਪਪੋਲੀਐ, ਵਿਣ ਬੂਝੇ ਮੁਗਦ ਅਜਾਣ। ਸੋ ਪ੍ਰਭ ਚਿਤ ਨ ਆਇਓ, ਛੂਟੈ ਗੀ ਬੇਬਾਣ। ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਰਹਾਉ ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਮਿਹਰਮਤ ਤਰਸ ਕੀਤਾ, ਜੋ ਆਪਾਂ ਨੂੰ ਸਾਹਿਬ ਜੀ ਨੇ ਸ਼ਬਦ ਦੀ ਵਿਚਾਰ ਨਾਲ ਜੋੜਿਆ। ਰੋਜ਼ਾਨਾ ਹੀ ਸਤਿਗੁਰ ਕਿਰਪਾ ਕਰਕੇ ਇੱਕ ਸ਼ਬਦ ਦੀ ਦਾਤ ਆਪਣੀ ਝੋਲੀ ਵਿੱਚ ਪਾਉਂਦੇ ਨੇ। ਤਰਸ ਆਇਆ ਗੁਰੂ ਸਾਹਿਬ ਨੂੰ, ਤਰਸ ਆਇਆ। ਇਹ ਨਿਸ਼ਾਨੀ ਹੈ ਗੁਰੂ ਤੁੱਠੇ ਦੀ, ਇਹ ਨਿਸ਼ਾਨੀ ਹੈ ਤਰਸ ਆਏ ਦੀ। ਗੁਰੂ ਸਾਹਿਬ ਦੀ ਕਿਰਪਾ ਤੋਂ ਬਗੈਰ ਇਹ ਨਹੀਂ ਹੋ ਸਕਦਾ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਇਹ ਨਹੀਂ ਹੋ ਸਕਦਾ। ਕਿਉਂਕਿ ਮਿੱਟੀ ਦਾ ਮਾਧੋ ਨਾ ਬੋਲ ਸਕਦਾ, ਨਾ ਵਿਚਾਰ ਸਕਦਾ, ਨਾ ਸੁਣ ਸਕਦਾ। ਕਿਰਪਾ ਹੋਵੇ ਤਾਂ ਵਾਹਿਗੁਰੂ ਦੀ, ਉੱਦਾਂ ਨਹੀਂ। ਜੋ ਸਾਹਿਬ ਜੀ ਨੇ ਆਪਾਂ ਨੂੰ ਅੱਜ ਸ਼ਬਦ ਬਖਸ਼ਿਸ਼ ਕੀਤਾ, ਵਾਹਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 43 ਦੇ ਉੱਪਰ ਸੁਭਾਇਮਾਨ ਹੈ। 43 ਦੇ ਸ਼੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦੀ ਬਾਣੀ ਚੱਲ ਰਹੀ। ਵਾਹਿਗੁਰੂ ਜੀ ਜੋ ਰਹਾਉ ਦਾ ਬੰਦ ਹੈ, ਸਾਹਿਬ ਜੀ ਫਰਮਾਉਂਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਹੇ ਜੀਵ, ਹੇ ਪ੍ਰਾਣੀ, ਹੇ ਸਰੀਰ, ਤੂੰ ਕਰਨ ਕੀ ਆਇਆ? ਸਾਹਿਬ ਕਹਿੰਦੇ ਤੂੰ ਲਾਭ ਖੱਟਣ ਵਾਸਤੇ ਆਇਆ, ਲਾਹਾ ਲੈਣ, ਪ੍ਰੋਫਿਟ ਵਾਸਤੇ ਆਇਆ ਹੋਇਆ। ਪ੍ਰੋਫਿਟ ਖੱਟਣ ਵਾਸਤੇ ਧਰਤੀ ਤੇ ਤੈਨੂੰ ਭੇਜਿਆ ਗਿਆ, ਲਾਭ ਲੈਣ ਵਾਸਤੇ ਤੈਨੂੰ ਭੇਜਿਆ ਗਿਆ। ਲੱਗਾ ਕਿ ਤੁਖ ਫਕੜੇ, ਭੇਜਿਆ ਤੈਨੂੰ ਲਾਭ ਖੱਟਣ ਵਾਸਤੇ ਹੈ, ਪ੍ਰੋਫਿਟ ਖੱਟਣ ਵਾਸਤੇ ਹੈ, ਤੇ ਤੂੰ ਕਹਿੰਦੇ ਕਰ ਕੀ ਰਹਿਣ ਬਈ? ਕੋ ਫਕੜੇ, ਫੱਕੜੀ ਪੈਣ ਵਾਲੇ ਕੰਮ, ਖੁਆਰੀ ਵਾਲੇ ਕੰਮਾਂ ਦੇ ਵਿੱਚ ਲੱਗ ਗਿਆ, ਨਿੰਦਿਆ ਚੁਗਲੀ 'ਚ ਲੱਗ ਗਿਆ, ਈਰਖੇ ਦਵੈਕ 'ਚ ਲੜ ਗਿਆ, ਤੇਰ ਮੇਰ 'ਚ ਫਸ ਗਿਆ, ਕਾਮ ਕ੍ਰੋਧ ਨੇ ਢਾਲਿਆ, ਮਾਇਆ ਦੇ ਵਿੱਚ ਉਲਝ ਗਿਆ, ਲੜਾਈਆਂ ਝਗੜਿਆਂ 'ਚ ਫਸ ਗਿਆ, ਨਸ਼ਿਆਂ ਨੇ ਘੇਰ ਲਿਆ, ਵਕਾਰਾਂ ਨੇ ਘੇਰ ਲਿਆ। ਕਹਿੰਦਾ ਇਹ ਕਿਹੜੇ ਚੱਕਰ 'ਚ ਪੈ ਗਿਆ ਹੋਵੇ? ਤੂੰ ਤਾਂ ਲਾਭ ਲੈਣ ਆਇਆ ਸੀ, ਤੂੰ ਤਾਂ ਪ੍ਰੋਫਿਟ ਕੱਟਣ ਆਇਆ ਸੀ। ਕਿਹੜੇ ਕੰਮ ਲੱਗ ਗਿਆ? ਮਾਇਆ ਇਕੱਠੀ ਕਰਨ ਦੇ ਚੱਕਰ ਲੱਗ ਗਿਆ, ਪਲਾਟ ਬਣਾਉਣ ਲੱਗ ਪਿਆ, ਧੀਆਂ ਪੁੱਤਰ ਵਿਆਹੁਣ ਦੇ ਚੱਕਰ 'ਚ ਫਸ ਗਿਆ। ਕਹਿੰਦੇ ਸਭ ਮੁਕਦੀ ਚੱਲੀ ਰਹਿਣ। ਤੇ ਜਿਹੜੀ ਜ਼ਿੰਦਗੀ ਰੂਪੀ ਰਾਤ ਸੀ, ਇਹ ਮੁੱਕਦੀ ਜਾਂਦੀ ਪਈ ਹੈ। ਸਵਾਸਾਂ ਰੂਪੀ ਰਾਤ, ਜਿਹੜੇ ਸਵਾਸਾਂ ਰੂਪੀ ਪੂੰਜੀ ਮਿਲੀ ਹੈ, ਉਹ ਖਤਮ ਹੁੰਦੀ ਜਾ ਰਹੀ ਹੈ, ਅਤੇ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ। ਉਮਰ ਜਿਹੜੀ ਹੈ ਭਾਵ ਖਤਮ ਹੁੰਦੀ ਜਾ ਰਹੀ ਹੈ, ਅਤੇ ਤੂੰ ਲਾਹਾ ਕੱਟਣਾ ਸੀਗਾ ਅਤੇ ਫਸ ਗਿਆ ਤੂੰ ਘਾਟੇ ਵਾਲੇ ਸੌਦੇ 'ਚ ਹੀ। ਇਹ ਕਿਹੜਾ ਚੱਕਰ ਫੜ ਲਿਆ ਬਈ? ਇਹ ਕਿਹੜਾ ਕੰਮ ਫੜ ਲਿਆ? ਜੋ ਸਾਹਿਬ ਜੀ ਫਰਮਾਉਂਦੇ ਨੇ, ਵਾਹਿਗੁਰੂ ਜੀ, ਭਲਕੇ ਉਠ ਪਪੋਲੀਐ। ਭਲਕੇ ਨਿਤ ਤੜਕੇ ਹਰ ਰੋਜ਼ ਉੱਠ ਕੇ ਪਪੋਲੀਐ। ਪਪੋਲੀਐ ਦਾ ਭਾਵ ਹੈ ਵਾਹਿਗੁਰੂ ਜੀ ਪਾਲਣ ਅਤੇ ਪੋਸ਼ਣ ਕਰਨਾ, ਪਾਲੀ ਦਾ ਅਤੇ ਪਲੋਸੀ ਦਾ। ਕਿਹਨੂੰ ਕਹਿੰਦੇ? ਸਰੀਰ ਨੂੰ। ਨਿਤ ਕਹਿੰਦਾ ਹਰ ਰੋਜ਼ ਤੂੰ ਇਹ ਉਦਮ ਕਰਦਾ, ਸਰੀਰ ਨੂੰ ਉੱਠਦਾ, ਪਾਲਦਾ, ਪੋਸਦਾ, ਨਵਾਉਂਦਾ, ਧਵਾਉਂਦਾ, ਖਵਾਉਂਦਾ, ਪਿਆਉਂਦਾ। ਕਹਿੰਦਾ ਇਹਦੇ ਚੱਕਰ ਵਿੱਚ ਹੀ ਲੱਗਿਆ। ਵਿਣ ਬੂਝੇ ਮੁਗਧ ਅਜਾਣ। ਜ਼ਿੰਦਗੀ ਦਾ ਜਿਹੜਾ ਅਸਲ ਮਨੋਰਥ ਹੈ ਨਾ, ਉਹਦੇ ਤੋਂ ਬਿਨਾਂ
ਉਹਨੂੰ ਬੁੱਝਣ ਤੋਂ ਬਿਨਾਂ, ਉਹਨੂੰ ਸਮਝਣ ਤੋਂ ਬਿਨਾਂ ਹੀ ਇਹ ਕੰਮ ਕਰੀ ਜਾ ਰਹੇ ਹਾਂ। ਬੇਸਮਝ ਰਹਿੰਦਾ, ਗੱਲ ਸਮਝਦਾ ਨਹੀਂ, ਗੁਰੂ ਦੀ ਖੇਡ ਨੂੰ ਸਮਝਦਾ ਨਹੀਂ ਵੀ ਕਰਨਾ ਤਾਂ ਕੀ ਸੀ, ਕਰ ਕੀ ਰਿਹਾ। ਕਹਿੰਦਾ ਸਰੀਰ ਨੂੰ ਹੀ ਸ਼ਿੰਗਾਰਨ, ਸਵਾਰਨ ਤੇ ਪਾਲਣ ਪੋਸ਼ਣ ਦੇ ਵਿੱਚ ਲੱਗਿਆ ਰਹਿੰਦਾ। ਸੋ ਪ੍ਰਭ ਚਿਤ ਨ ਆਇਓ, ਵਾਹਿਗੁਰੂ ਚਿਤ ਨਹੀਂ ਆਇਆ। ਕਿਹੜਾ? ਕਹਿੰਦਾ ਜਿੰਨੇ ਤੈਨੂੰ ਸਰੀਰ ਦਿੱਤਾ, ਜਿੰਨੇ ਤੇਰੇ ਵਿੱਚ ਜਿੰਦ ਪਾਈ, ਉਹਨੂੰ ਤਾਂ ਤੂੰ ਚੇਤੇ 'ਚ ਹੀ ਨਹੀਂ ਲਿਆਂਦਾ, ਉਹਨੂੰ ਚਿੱਤ 'ਚ ਵਸਾਇਆ ਹੀ ਨਹੀਂ। ਗੁਰੂ ਵਾਲਾ ਬਣਿਆ ਹੀ ਨਹੀਂ, ਭਾਵ ਗੁਰੂ ਵਾਲਾ ਹੀ ਨਹੀਂ ਬਣਿਆ। ਵਾਹਿਗੁਰੂ ਜੀ ਚਿੱਤ 'ਚ ਕਦੋਂ ਵਸੇਗਾ? ਜਦੋਂ ਗੁਰੂ ਵਾਲਾ ਬਣੇਗਾ। ਪਹਿਲਾਂ ਕਿੱਦਾਂ ਚਿੱਤ 'ਚ ਵਸ ਜਾਏਗਾ? ਚਿੱਤ 'ਚ ਵਸ ਹੀ ਨਹੀਂ ਸਕਦਾ, ਪਹਿਲਾਂ ਗੁਰੂ ਵਾਲਾ ਬਣੇਗਾ ਤਾਂ ਚਿੱਤ 'ਚ ਵਸੇਗਾ ਨਾ। ਵਾਹਿਗੁਰੂ ਗੁਰੂ ਵਾਲਾ ਬਣ ਕੇ, ਅੰਮ੍ਰਿਤਧਾਰੀ ਹੋ ਕੇ, ਗੁਰੂ ਕੋਲੋਂ ਦਾਤ ਲੈ ਕੇ ਫਿਰ ਚਿੱਤ 'ਚ ਵਸਾਉਣਾ ਸੀ, ਉਹ ਕੰਮ ਕੀਤਾ ਹੀ ਨਹੀਂ। ਪਾਲਣ ਪੋਸ਼ਣ ਦੇ ਚੱਕਰ 'ਚ ਵੀ ਫਸਿਆ ਰਿਹਾ। ਤੇ ਸਾਹਿਬ ਕਹਿੰਦਾ ਛੂਟੈਗੀ ਬੇਬਾਨ। ਤੇ ਜਿਹੜੀ ਤੇਰੀ ਨਾ ਦੇਹ ਆ, ਜਿਹੜਾ ਤੇਰਾ ਸਰੀਰ ਹੈ, ਇਹ ਦੇਖ ਲਾ ਵੀ ਬਿਆਬਾਨ ਜੰਗਲ ਹੁੰਦਾ। ਜਿਵੇਂ ਹੁਣ ਕਬਰਾਂ ਕੀ ਹੈ? ਜੰਗਲ ਹੀ ਹੈ। ਵਾਹਿਗੁਰੂ ਜੀ ਉੱਥੇ ਕੌਣ ਜਾਂਦਾ? ਮਰਨ ਤਾਂ ਮਰਨ ਵੇਲੇ ਹੀ ਜਾਂਦੇ ਨੇ ਬੰਦੇ। ਜੇ 5 7 10 20 50 ਬੰਦੇ ਜੇ 100 ਜਾਂਦੇ ਤਾਂ ਮਰਨ ਵੇਲੇ ਹੀ ਜਾਂਦੇ। ਉੱਦਾਂ ਤੇ ਜੰਗਲ ਬਿਆਬਾਨ, ਉੱਥੇ ਕੋਈ ਵੜਦਾ ਨਹੀਂ ਸਾਰੀ ਦਿਹਾੜੀ। ਛੂਟੇਗੀ, ਕਹਿੰਦਾ ਉੱਥੇ ਜਾਏਗਾ। ਦੇਖ ਲਾ, ਇਹ ਇਕੱਲੀ ਛੱਡ ਦਿੱਤੀ ਜਾਣੀ ਆ, ਉੱਥੇ ਅੱਗ ਲਾ ਕੇ ਘਰ ਨੂੰ ਆ ਜਾਂਦੇ ਅਗਲੇ। ਵਾਹਿਗੁਰੂ ਨੂੰ ਚਿੱਤ ਨਹੀਂ ਕੀਤਾ, ਗੁਰੂ ਵਾਲਾ ਬਣਿਆ ਨਹੀਂ। ਇਹ ਗੱਲ ਨੂੰ ਸਮਝ। ਆਖਰ ਮਸਾਣਾ ਦੇ ਵਿੱਚ ਸੁੱਟ ਦਿੱਤਾ ਜਾਏਗਾ, ਅੱਗ ਲਾ ਕੇ ਮਸਾਣਾ 'ਚ ਛੱਡਣਾ। ਛੂਟੇਗੀ ਬੇਬਾਨ, ਸਤਿਗੁਰ ਸੇਤੀ ਚਿਤ ਲਾਏ। ਤੇ ਫਿਰ ਕਰ ਕੀ? ਸਾਹਿਬ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਚਿੱਤ ਲਾ ਗੁਰੂ ਨਾਲ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ, ਬਾਣੀ ਨਾਲ ਜੁੜ, ਗੁਰੂ ਵਾਲਾ ਬਣ ਤੇ ਸਦਾ ਸਦਾ ਰੰਗ ਮਾਣ, ਆਤਮਿਕ ਆਨੰਦ ਮਾਣ। ਸਤਿਗੁਰ ਸੇਤੀ ਚਿੱਤ ਲਾਏ। ਅਜੇ ਵੀ ਵੇਲਾ ਹੈਗਾ ਹੀ। ਡੁੱਲੇ ਬੇਰਾਂ ਦਾ ਸਾਹਿਬ ਕਹਿੰਦੇ ਜੇ ਕੁਝ ਨਹੀਂ ਉਹ ਵਿਗੜਿਆ, ਕੋਈ ਗੱਲ ਨਹੀਂ। ਜੇ 40 45 50 ਸਾਲ ਲੰਘ ਗਏ ਨੇ ਇੱਦਾਂ ਹੀ, ਤੇ ਕੋਈ ਗੱਲ ਨਹੀਂ ਪੁੱਤਰ, ਹੁਣ ਮੌਕਾ ਹੈਗਾ ਹੀ ਤੇਰੇ ਕੋਲ। ਅਜੇ ਵੀ ਸਮਝ ਜਾ, ਗੁਰੂ ਵਾਲਾ ਬਣ ਜਾ। ਨਾਮ ਜਪ, ਨਾਮ ਜਪ ਤੇ ਰੰਗ ਮਾਣ, ਵਾਹਿਗੁਰੂ ਦੇ ਪਿਆਰ ਦਾ ਰੰਗ ਮਾਣ। ਕਿਉਂਕਿ ਤੂੰ ਆਇਆ ਲਾਹਾ ਲੈਣ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਰਹਾਉ ਦਾ ਬੰਦ ਹੈ। ਗੱਲ ਨੂੰ ਸਮਝ ਕੇ ਦੇ। ਕੁਦਮ ਕਰੇ ਪਸ ਪੰਖੀਆਂ, ਦਿਸੈ ਨਾਹੀ ਕਾਲ। ਕੁਦਮ ਕਰੇ, ਕੁਦਮ ਤੋਂ ਭਾਵ ਹੁੰਦਾ ਵਾਹਿਗੁਰੂ ਜੀ ਕਲੋਲ। ਆਪਾਂ ਵੇਖਦੇ ਆ ਨਾ, ਪਸ਼ੂ ਪੰਛੀ ਕਲੋਲਾਂ ਕਰਦੇ ਨੇ, ਆਪਸ ਦੇ ਵਿੱਚ ਖੇਡਦੇ ਨੇ, ਮੱਲਦੇ ਨੇ, ਇੱਕ ਦੂਜੇ ਨੂੰ ਚੱਟਦੇ ਨੇ, ਚੁੰਮਦੇ ਨੇ, ਬੜੇ ਕੁਝ ਕਰਦੇ ਨੇ ਕਲੋਲਾਂ। ਆਪਾਂ ਦੇਖਦੇ ਹਾਂ, ਕਬੂਤਰਾਂ ਨੂੰ ਦੇਖਦੇ ਹਾਂ, ਹੋਰ ਡੰਗਰਾਂ ਪੱਛੀਆਂ ਨੂੰ ਦੇਖਦੇ ਹਾਂ, ਤੇ ਇੱਕ ਦੂਜੇ ਨਾਲ ਕਿਵੇਂ ਸਿਰ ਮਾਰਦੇ ਆ, ਖੇਡਦੇ ਆ, ਕਰਦੇ ਆ। ਤੇ ਬੰਦਾ ਵੀ ਇਸੇ ਤਰ੍ਹਾਂ ਕਰਦਾ। ਸਾਰੀ ਦਿਹਾੜੀ ਟੱਬਰ ਵਿੱਚ ਜਵਾਕਾਂ ਨੂੰ ਚੁੰਮਦਾ, ਝੱਟਦਾ, ਕਦੀ ਖੇਡਦਾ, ਕਦੀ ਮੱਲਦਾ, ਕਦੀ ਹੱਸਦਾ, ਕਦੀ ਹਸਾਉਂਦਾ। ਬਸ ਇਸੇ ਚੱਕਰਾਂ 'ਚ ਲੱਗਿਆ। ਕਹਿੰਦਾ ਜਿਵੇਂ ਪਸ਼ੂ ਪੰਛੀ ਕਰਨ ਦੇ ਨੇ, ਐਵੇਂ ਤੂੰ ਕਰੀ ਜਾਂਦਾ। ਕਲੋਲਾਂ ਤੂੰ ਵੀ ਕਰੀ ਜਾਂਦਾ, ਉਧਰ ਪਸ਼ੂ ਪੰਛੀ ਵੀ ਕਰੀ ਜਾਂਦੇ। ਦਿਸੈ ਨਾਹੀ ਕਾਲ, ਤੇ ਮੌਤ ਤੈਨੂੰ ਦਿਸਦੀ ਹੋਈ ਨਹੀਂ। ਸਮਾਂ ਜਿਹੜਾ ਮੌਤ ਵਾਲਾ ਤੈਨੂੰ ਦਿਸਦਾ ਹੀ ਨਹੀਂ, ਕਾਲ ਤੈਨੂੰ ਦਿਸਦਾ ਹੀ ਨਹੀਂ। ਕਾਲ ਜਿਹੜਾ ਨਾ ਤੈਨੂੰ ਦਿਸਦਾ ਨਹੀਂ। ਮੌਤ ਸਿਰ ਤੇ ਖੜੀ ਹੈ ਨਾ, ਤੈਨੂੰ ਦਿਸਦੀ ਨਹੀਂ, ਅਜੇ ਕਲੋਲਾਂ ਵਿੱਚ ਹੀ ਲੱਗਿਆ। ਕਹਿੰਦੇ ਉਤੈ ਸਾਥ ਮਨੁੱਖ ਹੈ, ਉਤੈ ਉਸ ਟੋਲੇ ਦੇ ਵਿੱਚ। ਕਹਿੰਦਾ ਉਸੇ ਟੋਲੇ ਦੇ ਵਿੱਚ। ਕਹਿੰਦਾ ਜਿਹੜੇ ਕਿਹੜੇ ਟੋਲੇ ਵਿੱਚ? ਜਿਹੜਿਆਂ ਵਿੱਚ ਪਸ਼ੂ ਤੇ ਪੰਛੀ ਹੈ, ਉਸੇ ਹੀ। ਆਪਾਂ ਕਹਿੰਦੇ ਉਸੇ ਵਾਏ ਜੋਗਾ ਹੀ ਹੈ ਵੀ, ਉਸੇ ਹੀ ਟੋਲੇ ਵਿੱਚ ਰਲਿਆ ਹੋਇਆ, ਜਿਨ੍ਹਾਂ ਦੇ ਵਿੱਚ ਪਸ਼ੂ ਪੰਛੀ ਰਲੇ ਨੇ ਸਾਰੇ। ਉਸੇ ਚੱਕਰ 'ਚ ਜਿਵੇਂ ਮਾਇਆ ਦੇ ਮੋਹ ਵਿੱਚ ਪਸ਼ੂ ਪੰਛੀ ਲਪੇਟੇ ਹੋਏ ਨੇ, ਕਹਿੰਦਾ ਐਵੇਂ ਤੂੰ ਵੀ ਉਸੇ ਟੋਲੇ ਦੇ ਵਿੱਚ ਫਸਿਆ ਹੋਇਆ। ਫਾਥਾ ਮਾਇਆ ਜਾਲ। ਮਨੁੱਖ ਵੀ ਸਾਥ ਜਾ ਰਲਿਆ, ਕਹਿੰਦੇ ਉਹਨਾਂ ਪਸ਼ੂ ਪੰਛੀਆਂ ਦੇ ਵਾਂਗ। ਇਸ ਨੂੰ ਵੀ ਮੌਤ ਚੇਤੇ ਨਹੀਂ, ਇਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ।
ਉਹਨਾਂ ਨੂੰ ਵਿਚਾਰਿਆਂ ਨੂੰ ਕਿਹੜਾ ਮੌਤ ਯਾਦ, ਉਹ ਤਾਂ ਪਤਾ ਉਦੋਂ ਲੱਗਦਾ ਨਾ ਜਦੋਂ ਆ ਬਿੱਲਾ ਪੈਂਦਾ, ਬਿੱਲੀ ਪੈਂਦੀ ਆ, ਅੱਖਾਂ ਮੀਟ ਕੇ ਬਹਿ ਜਾਂਦਾ ਕਬੂਤਰ, ਕਹਿੰਦਾ ਵੀ ਬਿੱਲੀ ਤੇ ਖਰੇ ਲੰਘ ਗਈ, ਤੇ ਪਤਾ ਉਦੋਂ ਲੱਗਦਾ ਜਦੋਂ ਇਹ ਸਰੀਰ ਮਰੋੜੀ ਹੁੰਦੀ ਆ। ਤੇ ਆਪਾਂ ਨੂੰ ਵੀ ਕਹਿੰਦਾ ਪਤਾ ਉਦੋਂ ਲੱਗਦਾ। ਗੁਰੂ ਸਾਹਿਬ ਕਹਿੰਦੇ ਨਹੀਂ, ਕਹਿ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੁੰਡ ਮਹਿ ਲੱਗ। ਅਜੇ ਤਾਂ ਕਹਿੰਦਾ ਸੁੱਤਾ ਹੀ ਪਿਆ, ਜਦੋਂ ਝਪਟਾ ਮਾਰਿਆ ਨਾ ਉਹਨੇ ਪਤਾ ਉਦੋਂ ਲੱਗਣਾ। ਮਮਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹਿਚ ਨਾ ਦਨ। ਮੌਤ ਕਾਲ ਦੇ ਫਰਿਸ਼ਤੇ ਨੇ ਫੜੇ ਆ, ਮੌਤ ਦੇ ਫਰਿਸ਼ਤੇ ਨੇ ਫੜੇ ਆ, ਕਹਿੰਦਾ ਪਤਾ ਹੀ ਨਹੀਂ। ਮੁਕਤੇ ਸੇਈ ਭਾਲੀਐ, ਆਜ਼ਾਦ ਮੁਕਤ, ਆਜ਼ਾਦ ਕਿਹੜੇ ਹੋਏ, ਮਾਇਆ ਦੇ ਜਾਲ ਤੋਂ ਬਚੇ ਕਿਹੜੇ, ਮੌਤ ਤੋਂ ਬਚੇ ਕਿਹੜੇ। ਦੇਖੋ ਸਰੀਰਕ ਮੌਤ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ, ਸਰੀਰਕ ਮੌਤ ਤਾਂ ਵਾਹਿਗੁਰੂ ਆਉਣੀ ਆਉਣੀ ਆ, ਕਿਉਂਕਿ ਮਰਨ ਲਿਖਾਏ ਮੰਡਲ ਮਹਿ ਆਏ। ਮਰਨਾ ਪਹਿਲਾਂ ਆ, ਗੁਰੂ ਸਾਹਿਬ ਨੇ ਪਹਿਲਾਂ ਕਿਹਾ ਮਰਨ ਕਬੂਲ ਕਰ। ਸਰੀਰਕ ਮੌਤ ਆਉਣੀ ਆਉਣੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਗੁਰੂ ਸਾਹਿਬ ਕਹਿੰਦੇ ਜਿਹੜੀ ਨਾ ਆਤਮਿਕ ਮੌਤ 'ਤੇ ਜਿਹੜੇ ਮਰਦੇ ਨੇ, ਜਿਹੜੇ ਆਤਮਾ ਨੂੰ ਜਾਗਰਤ ਨਹੀਂ ਕਰਦੇ, ਅੰਦਰੋਂ ਆਤਮਾ ਨੂੰ ਨਹੀਂ ਜਗਾਉਂਦੇ, ਉਹ ਅਸਲ ਵਿੱਚ ਮੁਰਦੇ ਨੇ। ਸਰੀਰ ਤਾਂ ਵਾਹਿਗੁਰੂ ਜੀ ਦੇਖੋ ਗੁਰੂ ਸਾਹਿਬ ਵਿੱਚ ਆਪਾਂ ਦੇਖਣਾ, ਗੁਰੂ ਨਾਨਕ ਸਾਹਿਬ ਚਲੇ ਗਏ, ਦਸੇ ਪਾਤਸ਼ਾਹੀਆਂ ਚਲੇ ਗਈਆਂ, ਹਾਜ਼ਰ ਨੇ ਸਾਡੇ ਵਿੱਚ ਨੇ, ਜੋਤ ਰੂਪ ਵਾਹਿਗੁਰੂ ਇਹ ਹਾਜ਼ਰ ਨੇ। ਇਹ ਜਿਹੜੀ ਜੋਤ ਹੈ ਆਪਣੇ ਅੰਦਰ ਵੀ, ਗੁਰੂ ਸਾਹਿਬ ਕਹਿੰਦੇ ਤੂੰ ਵੀ ਜੇ ਸਦੀਵ ਹੀ ਰਹਿਣਾ ਚਾਹੁੰਦਾ ਤੇ ਫਿਰ ਜੋਤ ਨੂੰ ਪਛਾਣ, ਜੋਤ ਨੂੰ ਪਛਾਣ। ਜਾਣੋ ਜੋਤ ਨਾ ਪੁੱਛੋ ਜਾਤੀ, ਜਾਤ ਛੱਡ ਦੇ, ਜੋਤ ਨੂੰ ਪਛਾਣ ਲੈ, ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਈ। ਜਿਹੜੀ ਜੋਤ ਹੈ ਇਹ ਨਾਸਵਾਨ ਹੈ ਵਾਹਿਗੁਰੂ, ਇਹ ਨਾਸਵਾਨ ਨਹੀਂ ਹੈ, ਮਤਲਬ ਮਾਫੀ ਚਾਹੁੰਦਾ, ਇਹ ਸਦੀਵੀ ਹੈ। ਸਰੀਰ ਨਾਸਵਾਨ ਹੈ, ਜੋਤ ਸਦੀਵੀ ਹੈ, ਵਾਹਿਗੁਰੂ ਸਦੀਵੀ ਹੈ, ਤੇ ਆਤਮਾ ਸਦੀਵੀ ਹੈ, ਇਹ ਨਹੀਂ ਮਰਦੀ। ਚਾਹੇ ਇਹ ਵਾਹਿਗੁਰੂ ਜੀ ਦੇਖੋ ਸੱਚਖੰਡ ਚਲੇਗੀ ਤਾਂ ਵੀ ਅਮਰ ਹੈ, ਜੇ ਧਰਮਰਾਜ ਕੋਲ ਚਲੇਗੀ ਤਾਂ ਵੀ ਉੱਥੇ ਵੀ ਉਹਨੇ ਕਰੋੜਾਂ ਸਾਲਾਂ ਦਾ ਗੇੜ ਪਾ ਦੇਣਾ, ਕਿਉਂਕਿ ਮਰਨੀ ਹੈ ਨਹੀਂ, ਸਜ਼ਾਵਾਂ ਜ਼ਰੂਰ ਮਿਲਣੀਆਂ, ਦੁੱਖ ਇਹਨੇ ਝੱਲਣਾ। ਹੁਣ ਆਪਾਂ ਜੇ ਕਿਸੇ ਨੂੰ ਵਾਹਿਗੁਰੂ ਜੀ ਚਪੇੜ ਮਾਰਦੇ ਹਾਂ, ਚੁੰਡੀ ਵੱਢਦੇ ਹਾਂ, ਧੱਫਾ ਮਾਰਦੇ ਹਾਂ, ਤੇ ਦਰਦ ਹੁੰਦਾ। ਤੁਸੀਂ ਕਦੀ ਦੇਖੋ ਮੁਰਦੇ ਨੂੰ ਮਾਰ ਕੇ ਵੇਖੋ, ਕਦੀ ਮੁਰਦੇ ਨੂੰ ਕਦੇ ਕੋਈ ਦਰਦ ਹੁੰਦਾ, ਭਾਵੇਂ ਉਹਨੂੰ ਵੱਢ ਦਈਏ ਭਾਵੇਂ ਟੁੱਕ ਦਈਏ, ਦਰਦ ਕਿਉਂ ਨਹੀਂ ਹੁੰਦਾ? ਕਿਉਂਕਿ ਸਰੀਰ ਦੇ ਵਿੱਚ ਆਤਮਾ ਨਹੀਂ, ਇਹਦਾ ਮਤਲਬ ਦਰਦ ਆਤਮਾ ਨੂੰ ਹੋ ਰਿਹਾ ਸੀ। ਤੇ ਦਰਦ ਹੀ ਵਾਹਿਗੁਰੂ ਦੇਣਾ ਧਰਮਰਾਜ ਨੇ, ਦਰਦ ਹੀ ਸਹਾਰਨਾ ਪੈਣਾ ਅੱਗੇ ਜਾ ਕੇ। ਆਤਮਾ ਨੂੰ ਹੀ ਦੁੱਖ ਸਹਿਣੇ ਆ, ਆਤਮਾ ਨੂੰ ਉਲਾਂਭੇ ਮਿਲਣੇ ਨੇ। ਉਹ ਪੁੱਛਿਆ ਨਹੀਂ, ਫਰੀਦ ਸਾਹਿਬ ਦਾ ਸ਼ਬਦ ਆਉਂਦਾ, ਵਾਹਿਗੁਰੂ ਜੀ ਕਹਿੰਦੇ ਨਹੀਂ ਫਰੀਦਾ ਜ਼ਮੀਨ ਪੁੱਛੇ ਆਸਮਾਨ, ਫਰੀਦਾ ਖੇਵਟ ਕਿੰਨ ਗਏ। ਸ਼ਬਦ ਦੇ ਵਿੱਚ ਮਹਾਰਾਜ ਸਮਝਾਉਂਦੇ ਆ, ਕਦੇ ਵੇਖ ਲੈ ਉਲਾਮੇ ਜੀ ਸਹੇ, ਜਲੇ ਗੌਰਾਂ ਨਾਲ ਅੱਗ ਲਾ ਕੇ ਸਾੜਤੇ ਤੇ ਉਲਾਮੇ ਜੀ ਸਹੇ। ਉਲਾਮੇ ਮਿਲੇ ਜਿੰਦ ਨੂੰ, ਦੁੱਖ ਮਿਲਿਆ ਜਿੰਦ ਨੂੰ, ਸਰੀਰ ਨੂੰ ਥੋੜ੍ਹਾ, ਸਰੀਰ ਤੇ ਇੱਥੇ ਸਾੜ ਦਿੱਤਾ। ਇਸ ਕਰਕੇ ਵਾਹਿਗੁਰੂ ਜੀ ਖੇਡ ਸਾਰੀ ਅੱਗੇ ਦੀ ਹੈ। ਤੇ ਸਾਹਿਬ ਕਹਿੰਦੇ ਮੁਕਤੇ ਸੇਈ ਭਾਲੀ ਹੈ। ਮੁਕਤ ਉਹ ਹੋਏ ਵਾਹਿਗੁਰੂ ਦੇ ਦਰਬਾਰ ਤੇ, ਇਸ ਸਰੀਰ ਤੋਂ ਛੁਟਕਾਰਾ ਉਹਨਾਂ ਨੂੰ ਮਿਲਿਆ, ਵਿਕਾਰਾਂ ਤੋਂ ਛੁਟਕਾਰਾ ਉਹਨਾਂ ਨੂੰ ਮਿਲਿਆ, ਕਾਮ ਕ੍ਰੋਧ ਹੰਕਾਰ ਦੇ ਚੁੰਗਲ 'ਚੋਂ ਉਹ ਬਚ ਗਏ ਜੇ ਸੱਚਾ ਨਾਮ ਸੰਭਾਲ, ਜਿਨ੍ਹਾਂ ਨੇ ਸੱਚੇ ਨਾਮ ਦੀ ਸੰਭਾਲ ਕੀਤੀ, ਜਿਹੜੇ ਸੱਚੇ ਨਾਮ ਨਾਲ ਜੁੜ ਗਏ, ਵਾਹਿਗੁਰੂ ਵਾਹਿਗੁਰੂ ਜਪਦੇ, ਹਿਰਦੇ 'ਚ ਜਿਨ੍ਹਾਂ ਨੇ ਸੰਭਾਲਿਆ ਵਸਾਇਆ। ਜੋ ਘਰ ਛੱਡ ਗਵਾਉਣਾ, ਜਿਹੜਾ ਘਰ ਵਾਹਿਗੁਰੂ ਜੀ ਉਹ ਦੇਖੋ ਆਪਾਂ ਛੱਡ ਕੇ ਚਲੇ ਜਾਣਾ, ਸਾਹਿਬ ਕਹਿੰਦੇ ਆ ਸੋ ਲੱਗਾ ਮਨ ਮਾਹੇ, ਉਸੇ ਨੂੰ ਹੀ ਸਵਾਰਨ 'ਚ ਲੱਗਿਆ ਹੋਇਆ। ਇੱਕ ਤਾਂ ਸਰੀਰ ਨੂੰ ਪਾਲੀ ਜਾਂਦਾ, ਕਹਿੰਦਾ ਇਹ ਦੇਹੀ ਨੂੰ ਪੋਲੀ ਹੈ, ਇਹਨੂੰ ਪਾਲੀ ਪੋਸੀ ਜਾਂਦਾ। ਦੂਜਾ ਕਹਿੰਦਾ ਸਰੀਰ ਨੂੰ, ਤੇ ਦੂਜਾ ਕਹਿੰਦੇ ਆ ਵਾਹਿਗੁਰੂ ਘਰ ਨੂੰ ਇੱਟਾਂ ਲਾਈ ਜਾਂਦਾ ਆ, ਸੰਗਮਰਮਰ ਲਾਈ ਜਾਂਦਾ, ਰੰਗ ਕਰੀ ਜਾਂਦਾ, ਇਹਦੇ ਨਾਲ ਹੀ ਚੁੰਬੜਿਆ, ਇਹਦੇ ਨਾਲ ਹੀ ਚੁੰਬੜਿਆ ਹੋਇਆ। ਜਦ ਕਿ ਇੱਥੇ ਰਹਿਣਾ ਨਹੀਂ, ਸਦੀਵ ਵੀ ਇੱਥੇ ਰਹਿਣਾ ਨਹੀਂ ਹੈ, ਇਹਨੂੰ ਛੱਡ ਜਾਣਾ। ਕਈ ਵਾਰੀ ਇੱਥੋਂ ਤੱਕ ਹੁੰਦਾ ਵਾਹਿਗੁਰੂ ਜੀ ਬੰਦਾ ਬਣਾਉਂਦਾ ਰਹਿੰਦਾ, ਕਰੋੜ 2 ਕਰੋੜ ਰੁਪਈਆ ਲਾਇਆ, 4 ਕਰੋੜ ਰੁਪਈਆ ਲਾਇਆ, ਤੇ ਜਦੋਂ ਵਾਰੀ ਰਹਿਣ ਦੀ ਆਈ ਤੇ ਉਦੋਂ ਕਹਿੰਦਾ ਉੱਧਰੋਂ ਸੱਦਾ ਆ ਗਿਆ, ਕਹਿੰਦਾ ਰਹਿਣਾ ਨਸੀਬ ਹੀ ਨਾ ਹੋਇਆ। ਦੇਖੋ ਇਹੋ ਜਿਹੀਆਂ ਖੇਡਾਂ ਵੀ ਆਪਾਂ ਵੇਖੀਆਂ ਸੁਣੀਆਂ। ਸਾਹਿਬ ਕਹਿੰਦੇ ਇੱਦਾਂ ਹੀ ਹੁੰਦਾ ਪੁੱਤਰਾ, ਬਣਾਉਂਦਾ ਰਹਿੰਦਾ ਕੋਈ ਹੋਰ ਹੀ ਹੈ। ਸਾਰੀ ਉਮਰ ਇਕੱਠਾ ਕਰ ਕਰਕੇ ਮਾਲ ਧਨ
ਘਰ ਬਣਾਇਆ, ਅਰਬਾਂ ਖਰਬਾਂ ਰੁਪਈਏ ਲਾਏ, ਤੇ ਮੁੜ ਕੇ ਕਹਿੰਦਾ ਰਹਿ ਕਿੱਥੇ ਗਿਆ ਪ੍ਰੋਗਰਾਮ, ਉੱਥੇ ਦਾ ਉੱਥੇ ਹੀ ਖੜਾ ਰਹਿ ਗਿਆ। ਜਿੱਥੇ ਜਾਏ ਤੁਧ ਵਰਤਣਾ, ਤੇ ਜਿੱਥੇ ਜਾ ਕੇ ਬਾਬਾ ਜੀ ਆਪਾਂ ਵਰਤਣਾ ਸੀ, ਜਿੱਥੇ ਜਾ ਕੇ ਰਹਿਣਾ ਸੀ, ਜਿਹੜਾ ਸਦੀਵੀ ਘਰ ਸੀ ਆਪਣਾ, ਤਿਸ ਕੀ ਚਿੰਤਾ ਨਾਹੀਂ, ਉਹਦੀ ਭੋਰਾ ਫਿਕਰ ਹੀ ਨਹੀਂ ਹੈ, ਉਧਰ ਦਾ ਖਿਆਲ ਹੀ ਨਹੀਂ ਹੈ, ਜਮਾਂ ਹੀ ਮਨ ਵਿੱਚ ਭੋਰਾ ਯਾਦ ਹੀ ਨਹੀਂ ਹੈ ਵੀ ਮੇਰਾ ਘਰ ਇਹ ਅਸਲੀ ਨਹੀਂ, ਅਸਲ ਘਰ ਮੇਰਾ ਹੋਰ ਹੈ ਕੋਈ। ਇੱਥੇ ਤਾਂ ਆਪਾਂ ਦੇਖੋ ਨਾ, ਜਿਵੇਂ ਕਹਿੰਦੇ ਵਾਹਿਗੁਰੂ ਨੇ ਬਾਣੀ 'ਚ ਲਿਖਿਆ, ਸਾਰੀ ਗੱਲ ਸਮਝਾਈ ਹੈ, ਪੇਵਕੜੇ ਦਿਨ 4 ਹੈ, ਸਹੁਰੜੇ ਜਾਣਾ। ਕਿਹਦੀ ਗੱਲ ਕਰਦੇ ਪਏ ਨੇ ਭਲਾ ਵੀ? ਗੁਰੂ ਨੇ ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਸਾਰੀਆਂ ਮੁਕਲਾਵੇ ਆਈਆਂ ਨੇ, ਵਾਹਿਗੁਰੂ ਮੁਕਲਾਵਾ ਲੈ ਜਾਣਾ ਉਹਨੇ ਆ ਕੇ। ਸਭਨਾ ਸਹੁਰੇ ਵੰਜਣਾ, ਇਹ ਆਪਣਾ ਜਿਹੜਾ ਧਰਤੀ ਹੈ ਵਾਹਿਗੁਰੂ, ਇਹ ਪੇਕਾ ਘਰ ਹੈ, ਆਪਾਂ ਸਹੁਰੇ ਘਰ ਜਾਣਾ, ਵਾਹਿਗੁਰੂ ਦੇ ਘਰ ਜਾਣਾ। ਵਾਹਿਗੁਰੂ ਸਾਡਾ ਖਸਮ ਹੈ, ਵਾਹਿਗੁਰੂ ਸਾਡਾ ਖਸਮ ਹੈ, ਸੱਚ ਸਭਨਾ ਕਾ ਖਸਮ ਹੈ। ਉਹ ਸਦੀਵੀ ਹੈ, ਉਹ ਸਾਡਾ ਪਤੀ ਹੈ, ਪਰਮੇਸ਼ਰ ਹੈ, ਸਭ ਕੁਝ ਉਹੀ ਹੈ। ਉੱਥੇ ਜਾਣਾ, ਉਹਦੀ ਕਹਿੰਦਾ ਫਿਕਰ ਹੀ ਕੋਈ ਨਹੀਂ। ਉਹਦਾ ਘਰ ਕਿੱਥੇ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲ, ਜਿੱਥੇ ਬਹਿ ਕੇ ਸੰਭਾਲ ਕਰਦਾ ਉੱਥੇ ਆਪਾਂ ਜਾਣਾ। ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਜਾਣਾ। ਉਹ ਘਰ ਦੀ ਗੱਲ ਕਰਦੇ ਸਾਹਿਬ ਸਮਝਾਉਂਦੇ ਨੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀਂ, ਫਾਥੇ ਸੇ ਹੀ ਨਿਕਲੇ। ਮਾਇਆ ਦੇ ਜਾਲ ਦੇ ਵਿੱਚ ਜਿਹੜੇ ਫਸੇ ਹੋਏ ਸੀ, ਮਾਇਆ ਦੇ ਮੋਹ ਦੇ ਜਾਲ ਵਿੱਚ, ਸਰੀਰ ਦੇ ਮੋਹ ਦੇ ਜਾਲ ਵਿੱਚ, ਧੀਆਂ ਪੁੱਤਰਾਂ ਦੇ ਮੋਹ ਦੇ ਜਾਲ ਵਿੱਚ, ਪਦਾਰਥਾਂ ਦੇ ਮੋਹ ਦੇ ਜਾਲ ਵਿੱਚ, ਉਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ, ਜਿਹੜੇ ਗੁਰੂ ਦੀ ਚਰਨੀ ਲੱਗੇ। ਧੰਨ ਗੁਰੂ ਗ੍ਰੰਥ ਸਾਹਿਬ ਚਰਨੀ ਤੋਂ ਭਾਵ ਹੁੰਦਾ ਵਾਹਿਗੁਰੂ ਜਿਨ੍ਹਾਂ ਨੇ ਸਰੈਂਡਰ ਕੀਤਾ, ਅੰਮ੍ਰਿਤ ਦੀ ਦਾਤ ਲਈ, ਜੀਵਨ ਕਮਾਇਆ, ਸਿਮਰਨ ਕੀਤਾ, ਅੰਮ੍ਰਿਤ ਵੇਲਾ ਸੰਭਾਲਿਆ, ਕਮਾਈ ਕੀਤੀ, ਨਾਮ ਜਪਿਆ, ਸਰਬੱਤ ਦੇ ਭਲੇ ਵਿੱਚ ਵਿਚਰੇ, ਕਰਹਿਤ ਨਹੀਂ ਕੀਤੀ, ਕਰਹਿਤ ਨਹੀਂ ਕੀਤੀ। ਸਭ ਤੋਂ ਵੱਡੀ ਗੱਲ ਜਿਹੜੀ ਹੈ, ਕਰਹਿਤ ਨਹੀਂ ਕਰਨੀ। ਗੁਰੂ ਸਾਹਿਬ ਕਹਿੰਦੇ ਪੁੱਤਰ ਕਰਹਿਤ ਨਾ ਕਰ ਪਈ, ਕੋਈ ਛੋਟੀ ਮੋਟੀ ਜੇ ਕੋਈ ਗਲਤੀ ਹੋ ਜਾਂਦੀ ਹੈ ਤੇ ਉਸੇ ਵੇਲੇ ਮਾਫੀ ਮੰਗ ਲਈ, ਕੋਈ ਕਰਹਿਤ ਬਜ਼ਰ ਕਰਹਿਤ ਨਾ ਕਰੀ, ਮੁੜ ਕੇ ਤੇਰੇ ਨਾਲੋਂ ਮੇਰਾ ਰਿਸ਼ਤਾ ਟੁੱਟ ਜਾਣਾ, ਫਸ ਜਾਏਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਉਹੀ ਨਿਕਲੇ ਜੇ ਗੁਰ ਕੀ ਪੈਰੀ ਪਏ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ, ਅਸੂਲਾਂ ਦਾ ਆਸਰਾ ਲਿਆ, ਗੁਰੂ ਵਾਲੇ ਬਣੇ। ਕੋਈ ਰੱਖ ਨਾ ਸਕਈ, ਦੂਜਾ ਕੋ ਨਾ ਦਿਖਾਏ। ਕੋਈ ਹੈਗਾ ਦਿਖਾਓ। ਸਾਹਿਬ ਕਹਿੰਦੇ ਚੈਲੰਜ ਹੈ, ਇਹ ਚੈਲੰਜ ਹੈ। ਕੋਈ ਰੱਖ ਨਾ ਸਕਈ, ਮਾਇਆ ਦੇ ਮੋਹ ਤੋਂ ਕੋਈ ਬਚਾ ਸਕਦਾ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਕੋਈ ਬਚਾ ਸਕਦਾ? ਕੋਈ ਹੈ ਦਿਖਾਓ। ਕੁਝ ਸਕਦੇ, ਕੋਈ ਨਹੀਂ ਬਚਾ ਸਕਦਾ ਇਸ ਸਿਸਟਮ ਤੋਂ, ਮਾਇਆ ਤੋਂ ਕੋਈ ਬਚਾ ਨਹੀਂ ਸਕਦਾ, ਕੋਈ ਨਹੀਂ ਰੱਖ ਸਕਦਾ। ਦੂਜਾ ਕੋ ਨਾ ਦਿਖਾਏ, ਤੇ ਦੂਜਾ ਕੋਈ ਨਜ਼ਰ ਹੀ ਨਹੀਂ ਆਉਂਦਾ, ਕੋਈ ਹੈ ਹੀ ਨਹੀਂ। ਇੰਨੀ ਸਮਰੱਥਾ ਦਾ ਮਾਲਕ ਵਾਹਿਗੁਰੂ ਤੋਂ ਬਗੈਰ ਕੋਈ ਹੈ? ਕੋਈ ਵੀ ਨਹੀਂ ਹੈਗਾ। ਚਾਰੇ ਕੁੰਡਾਂ ਪਾਲ ਕੈ, ਚਾਰੇ ਕੁੰਡਾਂ, ਚਾਰੇ ਹੀ ਦਿਸ਼ਾਵਾਂ, ਸਾਰੀ ਸ੍ਰਿਸ਼ਟੀ ਮਤਲਬ ਭਾਲ ਕੇ, ਲੱਭ ਕੇ। ਕਿਉਂ ਪਹਿਲਾਂ ਯਕੀਨ ਨਾ ਆਇਆ, ਪਹਿਲਾਂ ਯਕੀਨ ਨਹੀਂ ਆਉਂਦਾ ਬੰਦੇ ਨੂੰ, ਨਹੀਂ ਸਾਡੇ ਫਲਾਣੇ ਬਾਬਾ ਜੀ ਆ, ਸਾਡੇ ਲੈ ਬੜੀ ਕਰਨੀ ਵਾਲੇ ਆ ਜੀ, ਬੜਾ ਲੈ ਉਹ ਪੀਰ ਬੜਾ ਯਾਰੀ ਪੀਰ ਹੈ ਜੀ, ਉਹ ਫਲਾਣਾ ਉਹ ਢੀਕਣਾ, ਮਤਲਬ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਪਹਿਲਾਂ ਸਾਹਿਬ ਕਹਿੰਦੇ ਭੱਜ ਨੱਠ ਕਰ ਲੈਂਦਾ ਬੰਦਾ। ਚਾਰੇ ਕੁੰਡਾਂ ਚਾਰੇ ਪਾਸੇ ਟੱਕਰਾਂ ਮਾਰ ਮੂਰ ਕੇ ਜਦੋਂ ਦੇਖਦਾ ਵੀ ਹੁਣ ਤਾਂ ਕੱਖ ਨਹੀਂ ਪੱਲੇ ਪਿਆ, ਕਿਦੋਂ ਵੀ ਸਾਰਾ ਕੁਝ ਜਾੜ ਕੇ ਆ ਗਿਆ, ਪੈਸਾ ਵੀ ਜਾੜ ਲਿਆ, ਸਰੀਰ ਵੀ ਕਮਜ਼ੋਰ ਹੋ ਗਿਆ, ਇੰਨੇ ਜੋਗਾ ਹੁਣ ਰਿਹਾ ਨਹੀਂ, ਫਿਰ ਹਾਰ ਕੇ ਗੁਰਦੁਆਰੇ ਆ ਜਾਂਦਾ ਬੰਦਾ। ਸਾਹਿਬ ਕਹਿੰਦਾ ਆਏ ਪਿਆ ਸ਼ਰਨ ਆਏ, ਫਿਰ ਉਹ ਆ ਕੇ ਸ਼ਰਨੀ ਡਿੱਗ ਪੈਂਦਾ। ਪਹਿਲਾਂ ਇੱਕ ਵਾਰੀ ਨਾ ਮੱਛੀ ਵਾਂਗੂ ਸਿਰੇ ਤੱਕ ਜਾਂਦਾ ਵੀ ਨਹੀਂ ਦੇਖਾਂ ਅਸੀਂ ਕੀ ਗੱਲਬਾਤ, ਵੀ ਖਰੇ ਕੋ ਲੱਭ ਜੇ, ਵੀ ਗੁਰੂ ਤੋਂ ਵੱਡਾ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸਮਰੱਥਾ ਵਾਲਾ ਲੱਭ ਜੇ। ਪਰ ਗੁਰੂ ਸਾਹਿਬ ਨੇ ਚੈਲੰਜ ਕੀਤਾ, ਜੇ ਕੋਈ ਲੱਭਦਾ ਤਾਂ ਦਿਖਾਓ, ਕੋਈ ਹੈ ਹੀ ਨਹੀਂ। ਅਤੇ ਜਦੋਂ ਨਹੀਂ ਲੱਭਦਾ ਫਿਰ ਗੁਰੂ ਦੀ ਸ਼ਰਨੀ ਆਉਣਾ ਪੈਂਦਾ। ਗੁਰੂ ਸਾਹਿਬ ਕਹਿੰਦੇ ਅਨੇਕ ਜੂਨੀ ਭਰਮੇ ਆਵੈ, ਵਿਣ ਸਤਿਗੁਰ ਮੁਕਤ ਨਾ ਪਾਵੈ।
ਇਹ ਜਿਹੜੀਆਂ ਲੈਣਾ ਨੇ, ਇਹ ਜਿਹੜੀਆਂ ਪੰਕਤੀਆਂ ਸਾਹਿਬ ਜੀ ਨੇ ਲਿਖੀਆਂ ਨੇ, ਉਚਾਰੀਆਂ ਨੇ, ਇਹਨਾਂ ਨੂੰ ਵਾਹਿਗੁਰੂ ਜੀ ਤੁਸੀਂ ਕਿਵੇਂ, ਸੰਸਾਰ ਕਿਵੇਂ ਨਕਾਰ ਦਿੰਦਾ, ਕਿਵੇਂ ਇਸ ਗੱਲ ਨੂੰ ਨਹੀਂ ਮੰਨਦਾ। ਗੁਰੂ ਸਾਹਿਬ ਕਹਿੰਦੇ ਅਨੇਕ ਜੂਨੀ 84 ਲੱਖ ਜੂਨਾਂ ਦੇ ਵਿੱਚੋਂ ਫਿਰਿਆ, ਆਏਗਾ ਤੇ ਮੇਰੀ ਸ਼ਰਨ ਵਿੱਚ ਹੀ ਆਉਣਾ ਪਏਗਾ, ਹੋਰ ਕੋਈ ਹੱਲ ਨਹੀਂ ਹੈ, ਕੋਈ ਦੂਜਾ ਹੋਰ ਹੈ ਨਹੀਂ। ਇਹ ਚੈਲੰਜ ਹੈ। ਨਾਨਕ ਸਚੈ ਪਾਤਸ਼ਾਹ ਡੁੱਬਦਾ ਲਿਆ ਕਢਾਏ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਕਿਰਪਾ ਕੀਤੀ। ਹੇ ਨਾਨਕ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ। ਗੁਰੂ ਨੇ, ਗੁਰੂ ਕੌਣ ਹੈ? ਸ਼ਬਦ ਗੁਰੂ। ਸ਼ਬਦ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਮੈਨੂੰ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬਦੇ ਹੋਏ ਨੂੰ ਕੱਢ ਲਿਆ। ਵਿਕਾਰਾਂ ਦੇ ਵਿੱਚ ਮੈਂ ਡੁੱਬਦਾ ਜਾ ਰਿਹਾ ਸੀ, ਦਿਨ ਪਰ ਦਿਨ ਮੈਂ ਥੱਲੇ ਹੀ ਜਾ ਰਿਹਾ ਸੀ। ਗੁਰੂ ਨੂੰ ਤਰਸ ਆਇਆ, ਸਾਹਿਬ ਨੇ ਕੀ ਕੀਤਾ? ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਜਿਹਦੀ ਬਾਂਹ ਫੜ ਲਈ ਗੁਰੂ ਨੇ, ਉਹੀ ਬਚਿਆ, ਨਹੀਂ ਤਾਂ ਸਾਰੇ ਡੁੱਬ ਗਏ, ਸਾਰੇ ਡੁੱਬ ਗਏ। ਸਾਰਾ ਸੰਸਾਰ ਡੁੱਬਿਆ ਪਿਆ ਵਿਕਾਰਾਂ 'ਚ। ਵਾਹਿਗੁਰੂ ਖੇਡ ਬੜੀ ਉੱਚੀ ਹੈ, ਬੜੀ ਸੁੱਚੀ ਹੈ। ਬਾਣੀ ਦੇ ਨਾਲ ਜੁੜੀਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਦੀ ਦਾਤ ਲਈਏ, ਸ਼ਬਦ ਦੀ ਵਿਚਾਰ ਕਰੀਏ, ਸਿਮਰਨ ਕਰੀਏ, ਸਰਬੱਤ ਦੇ ਭਲੇ ਦੇ ਵਿੱਚ ਵਿਚਰੀਏ, ਇਹ ਗੁਰੂ ਸਾਹਿਬ ਕੋਲੋਂ ਦਾਤਾਂ ਮੰਗੀਏ। ਖੇਡ ਬਹੁਤ ਔਖੀ ਹੈ ਵਾਹਿਗੁਰੂ। ਗੱਲਾਂ ਕਰਨੀਆਂ ਮੇਰੇ ਵਾਂਗੂ ਢੀਲ ਸਿਖਾਲੀਆਂ ਨੇ, ਪ੍ਰੈਕਟੀਕਲੀ ਜੀਵਨ ਕਮਾਉਣਾ ਬਹੁਤ ਔਖਾ ਹੈ। ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਕਮਾਇਆ ਜਾ ਸਕਦਾ। ਗੁਰੂ ਕਿਰਪਾ ਕਰੇਗਾ। ਆਪਣੀ ਕੋਸ਼ਿਸ਼ ਕਰਨੀ, ਗੁਰੂ ਸਾਹਿਬ ਕਹਿੰਦੇ ਆ, ਤੂੰ ਕੋਸ਼ਿਸ਼ ਜਾਰੀ ਰੱਖ ਆਪਣੀ ਪੁੱਤਰਾ, ਤੂੰ ਆਪਣੀ ਕੋਸ਼ਿਸ਼ ਜਾਰੀ ਰੱਖ, ਮੈਂ ਤੇਰੇ ਨਾਲ ਹਾਂ, ਤੂੰ ਮੈਨੂੰ ਨਾਲ ਰੱਖੀ, ਮੈਂ ਤੇਰੇ ਨਾਲ ਹਾਂ। ਬਸ ਗੁਰ ਮੇਰੇ ਸੰਗ ਸਦਾ ਹੈ ਨਾਲੇ। ਕੋਈ ਗੱਲ ਨਹੀਂ, ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਨਰਸੋਂ ਨਹੀਂ, ਇੱਕ ਦਿਨ ਉਹ ਜ਼ਰੂਰ ਆਏਗਾ ਜਦੋਂ ਮੈਂ ਤੈਨੂੰ ਆਪਣੇ ਨਾਲ ਮਿਲਾ ਲਵਾਂਗਾ, ਤੈਨੂੰ ਸੱਚਖੰਡ ਲੈ ਜਾਵਾਂਗਾ। ਤੂੰ ਲੱਗਾ ਰਹਿ, ਡੋਲੀ ਨਾ, ਬਸ ਲੱਗਾ ਰਹਿ, ਲੱਗਾ ਰਹਿ। ਸੋ ਵਾਹਿਗੁਰੂ ਜੀ, ਉਹ ਸ਼ਬਦ ਦੀ ਸਮਾਪਤੀ ਹੋਈ ਹੈ। 4 ਪਦਾਂ ਵਾਲਾ ਇਹ ਸ਼ਬਦ ਸੀਗਾ। ਤੀਸਰਾ ਸ਼ਬਦ ਹੈ ਗੁਰੂ ਅੰਗਦ ਦੇ ਵਾਹਿਗੁਰੂ ਜੀ ਅਰਜਨ ਦੇਵ ਮਹਾਰਾਜ ਜੀ ਦਾ 5ਵੇਂ ਪਾਤਸ਼ਾਹ ਦਾ ਇਹ ਸ਼ਬਦ। 73ਵਾਂ ਸ਼ਬਦ ਹੈ ਸ੍ਰੀ ਰਾਗ ਦੇ ਅੰਦਰ ਵਾਹਿਗੁਰੂ। 73ਵਾਂ ਸ਼ਬਦ 73 ਨੰਬਰ ਸ਼ਬਦ ਹੈ। 43 ਨੰਬਰ ਅੰਗ ਦੇ ਸੁਭਾਇਮਾਨ। ਸੋ ਵਾਹਿਗੁਰੂ ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਇੱਕ ਨਹੀਂ ਕਈ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ, ਮਨ ਦੀਆਂ ਗੈਰ ਹਾਜ਼ਰੀਆਂ, ਅੱਖਰ ਵੱਧ ਘੱਟ ਪੜ੍ਹਿਆ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬਖਸ਼ਿੰਦ ਨੇ। ਸੰਗਤ ਬਖਸ਼ਣਯੋਗ ਹੈ, ਸਮਰੱਥ ਹੈ ਇਸ ਚੀਜ਼ ਦੇ ਵਿੱਚ ਗੁਰੂ ਦੀ ਕਿਰਪਾ ਦੁਆਰਾ। ਗੁਰੂ ਰੂਪ ਸੰਗਤ ਹੈ ਤੇ ਸੰਗਤ ਚਾਹਵੇ ਸਭ ਕੁਝ ਕਰ ਸਕਦੇ। ਤੇ ਜਿਹੜੇ ਆਪਾਂ ਜੀ 4 ਜੁੜੇ ਆ, 5 ਜਾਂ 10 ਆ, ਸੰਗਤ ਰੂਪ ਹਾਂ ਵਾਹਿਗੁਰੂ, ਸੰਗਤ ਰੂਪ ਹਾਂ। ਇਹ ਗੱਲ ਜ਼ਰੂਰ ਸੋਚਿਆ ਕਰੋ, ਵਿਚਾਰਿਆ ਕਰੋ। ਇਹ ਸੰਗਤ ਹੁੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤਰਸ ਕਰਕੇ ਇਹ ਸੰਗਤ ਹੈ। ਜਿਹਦੇ ਜਿਹਦੇ ਕੰਨਾਂ 'ਚ ਬਾਣੀ ਪੈਂਦੀ ਹੈ ਤਾਂ ਸਮਝਿਆ ਕਰੋ ਸੰਗਤ ਕੀਤੀ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਕਰਾਈ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਸ਼ਬਦ ਦੀ ਵਿਚਾਰ ਬਖਸ਼ੀ ਹੈ। ਭੁੱਲ ਚੁੱਕ ਦੀ ਖਿਮਾ, ਮਾਫੀ ਚਾਹਾਂਗਾ ਜੇ ਕੋਈ ਗਲਤੀ ਹੋਈ ਹੋਵੇ। ਜ਼ਰੂਰ ਗਲਤੀਆਂ ਹੁੰਦੀਆਂ, ਗਲਤੀਆਂ ਦਾ ਪੁਤਲਾ ਬਖਸ਼ਿੰਦ ਸਤਿਗੁਰ ਹੈ, ਸੰਗਤ ਬਖਸ਼ਣਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।